ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ। ਮੈਂ ਸੁਨੀਲ ਕੁਮਾਰ। ਗੱਲ ਕਰਾਂਗੇ ਅੱਜ ਉਸ ਵਕਤ ਦੀ ਜਦੋਂ ਉਹ ਵਕਤ ਦੀ ਕੀਮਤ ਪਤਾ ਲੱਗੀ ਸੀ ਮਿਲਖਾ ਸਿੰਘ ਨੂੰ ਕਿ ਪਲਕ ਝਪਕਣ ਦੇ ਵਿੱਚ ਹੀ ਕਿੰਨਾ ਕੀ ਵਕਤ ਤੇ ਕਿੰਨੀ ਕੀ ਵੱਡੀ ਹਾਰ ਤੇ ਜਿੱਤ ਦਾ ਫੈਸਲਾ ਹੋ ਜਾਂਦਾ ਹੈ। ਜੀ ਹਾਂ, ਵੇਲਾ ਸੀ ਉਸ ਵੇਲੇ ਦਾ ਜਦੋਂ ਰੋਮ ਦੇ ਵਿੱਚ ਓਲੰਪਿਕ ਚੱਲ ਰਹੇ ਸੀ ਤੇ 0.1 ਸੈਕਿੰਡ ਦੇ ਫਰਕ ਦੇ ਨਾਲ ਮਿਲਖਾ ਸਿੰਘ ਨੂੰ ਹਾਰ ਮਿਲੀ ਤੇ ਉਸ ਹਾਰ ਦਾ ਗਮ ਮਿਲਖਾ ਸਿੰਘ ਨੂੰ ਉਦੋਂ ਤੱਕ ਯਾਦ ਰਿਹਾ ਜਦੋਂ ਤੱਕ ਉਹ ਸ਼ਾਇਦ ਸਾਹ ਲੈਂਦੇ ਰਹੇ। ਭਾਰਤੀ ਐਥਲੈਟਿਕਸ ਦਾ ਵਾਟਰਸ਼ੈਡ ਮੂਵਮੈਂਟ। 1960 ਦਾ ਰੋਮ ਓਲੰਪਿਕ ਮਿਲਖਾ ਸਿੰਘ ਦੇ ਕੈਰੀਅਰ ਦਾ ਇਹ ਦੂਸਰਾ ਓਲੰਪਿਕ ਸੀ। ਇਸ ਤੋਂ ਪਹਿਲਾਂ ਉਹ 1956 ਦੇ ਮੈਲਬੌਰਨ ਓਲੰਪਿਕ ਦੇ ਵਿੱਚ ਹਿੱਸਾ ਲੈ ਚੁੱਕੇ ਸੀ, ਲੇਕਿਨ ਹੁਣ ਤੱਕ ਉਹ ਬਿਲਕੁਲ ਰॉ ਟੈਲੈਂਟ ਸੀ। ਜਦਕਿ ਰੋਮ ਓਲੰਪਿਕ ਦੇ ਵਿੱਚ ਉਹ ਦੇਸ਼ ਦੇ ਲਈ ਤਮਗੇ ਦੀ ਉਮੀਦ ਬਣ ਕੇ ਗਏ ਸੀ। ਮਿਲਖਾ ਸਿੰਘ ਉਸ ਵੇਲੇ ਤੱਕ ਸੰਸਾਰ ਪੱਧਰ ਦੇ ਐਥਲੀਟ ਦੇ ਰੂਪ ਦੇ ਵਿੱਚ ਆਪਣੀ ਪਹਿਚਾਣ ਬਣਾ ਚੁੱਕੇ ਸੀ। ਏਸ਼ੀਆਡ ਅਤੇ ਕਾਮਨਵੈਲਥ ਖੇਡਾਂ ਦੇ ਵਿੱਚ ਆਪਣਾ ਲੋਹਾ ਵੀ ਮਨਵਾ ਚੁੱਕੇ ਸੀ ਤੇ 골ਡ ਮੈਡਲ ਵੀ ਹਾਸਲ ਕਰ ਚੁੱਕੇ ਸੀ। ਵਿਸ਼ਵ ਰਿਕਾਰਡ ਬਣਾ ਚੁੱਕੇ ਸੀ। ਇਸ ਲਈ ਲੋਕਾਂ ਦੀ ਉਹਨਾਂ ਤੋਂ ਤਮਗਾ, ਖਾਸ ਕਰ ਸੋਨੇ ਦਾ ਤਮਗਾ ਹਾਸਲ ਕਰਨ ਦੀ ਉਮੀਦ ਲਗਾਉਣਾ ਲਾਜ਼ਮੀ ਸੀ। ਲੇਕਿਨ ਇਸ ਰੇਸ ਵਿੱਚ ਉਹ ਨਹੀਂ ਜਿੱਤੇ। ਸਿਰਫ 0.1 ਸੈਕਿੰਡ ਦੇ ਫਰਕ ਨਾਲ ਮਿਲਖਾ ਸਿੰਘ ਤਮਗਾ ਲੈਣ ਤੋਂ ਖੁੰਝ ਗਏ ਤੇ ਚੌਥੇ ਸਥਾਨ ਤੇ ਰਹਿ ਗਏ। ਲੇਕਿਨ ਇਸ ਹਾਰ ਨੇ ਵੀ ਦੁਨੀਆ ਨੂੰ ਇਹ ਦਿਖਾ ਦਿੱਤਾ ਕਿ ਟਰੈਕ ਐਂਡ ਫੀਲਡ ਦੇ ਵਿੱਚ ਇੱਕ ਭਾਰਤੀ ਕੀ ਕੁਝ ਕਰਨ ਦਾ ਮਾਦਾ ਰੱਖਦਾ ਹੈ। ਭਾਰਤੀ ਐਥਲੈਟਿਕਸ ਦੇ ਲਈ ਇਸ ਨੂੰ ਵਾਟਰਸ਼ੈਡ ਮੂਵਮੈਂਟ ਕਹਿ ਸਕਦੇ ਹਾਂ। ਸੈਮੀਫਾਈਨਲ 'ਚ ਮਿਲਖਾ ਤੇ ਲੋਕਾਂ ਦੀ ਉਮੀਦ। ਰੋਮ ਓਲੰਪਿਕ ਦੇ ਵਿੱਚ ਮਿਲਖਾ ਸਿੰਘ ਦੂਜੇ ਸਥਾਨ ਤੇ ਆ ਗਏ। ਕੁਆਟਰ ਫਾਈਨਲ ਅਤੇ ਸੈਮੀਫਾਈਨਲ ਦੇ ਵਿੱਚ ਵੀ ਉਹਨਾਂ ਦਾ ਸਥਾਨ ਦੂਸਰਾ ਰਿਹਾ, ਲੇਕਿਨ ਲੋਕਾਂ ਨੂੰ ਉਮੀਦ ਤਾਂ ਤਮਗੇ ਦੀ ਸੀ। ਉਹ ਅਜਿਹਾ ਕਰਨ ਦੇ ਵਿੱਚ ਨਾਕਾਮਯਾਬ ਰਹੇ। ਹਾਲਾਂਕਿ ਤਮਗਾ ਹਾਰਨ ਤੋਂ ਬਾਅਦ ਵੀ ਮਿਲਖਾ ਸਿੰਘ ਨੂੰ ਦਰਸ਼ਕਾਂ ਦਾ ਖੂਬ ਪਿਆਰ ਅਤੇ ਸਾਥ ਮਿਲਿਆ। ਇਸ ਤੋਂ ਪਹਿਲਾਂ ਸਾਰੀ ਦੁਨੀਆ ਇਹ ਉਮੀਦ ਲਗਾ ਰਹੀ ਸੀ ਕਿ ਰੋਮ ਓਲੰਪਿਕ ਦੇ ਵਿੱਚ ਕੋਈ ਜੇ 400 ਮੀਟਰ ਦੀ ਦੌੜ ਜਿੱਤੇਗਾ ਤਾਂ ਉਹ ਮਿਲਖਾ ਸਿੰਘ ਹੀ ਹੋਵੇਗਾ। ਅਮਰੀਕਾ ਵਿੱਚ ਇਤਿਹਾਸਿਕ ਦੌੜ। ਤਮਗੇ ਦੀ ਉਮੀਦ ਦੇ ਨਾਲ ਮਿਲਖਾ ਸਿੰਘ ਜਦੋਂ ਫਾਈਨਲ ਦੀ ਰੇਸ ਵਿੱਚ ਉਤਰੇ ਤਾਂ ਉਹ ਅਮਰੀਕਾ ਦੇ ਲਈ ਓਟਿਸ ਡੇਵਿਸ ਨੂੰ ਛੱਡ ਕੇ ਤਕਰੀਬਨ ਸਾਰੇ ਮੁਕਾਬਲੇ ਵਾਲਿਆਂ ਨੂੰ ਹਰਾ ਚੁੱਕੇ ਸੀ। ਮਿਲਖਾ ਰੋਮ ਦੇ ਸਟੇਡੀਓ ਓਲੰਪਿਕ ਦੇ ਵਿੱਚ ਜਦੋਂ ਦੌੜ ਰਹੇ ਸੀ ਤਾਂ ਉਹ ਸਭ ਤੋਂ ਅੱਗੇ ਜਾ ਰਹੇ ਸੀ, ਲੇਕਿਨ ਉਹਨਾਂ ਨੂੰ ਲੱਗਿਆ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਤੇਜ਼ ਦੌੜ ਰਹੇ ਨੇ। ਆਖਰੀ ਮੁਕਾਮ ਤੱਕ ਪਹੁੰਚਣ ਤੋਂ ਪਹਿਲਾਂ ਮਿਲਖਾ ਸਿੰਘ ਨੇ ਪਿੱਛੇ ਮੁੜ ਕੇ ਵੇਖਣਾ ਚਾਹਿਆ ਕਿ ਦੂਸਰੇ ਐਥਲੀਟ ਕਿੱਥੇ ਨੇ। ਇਸ ਭੁੱਲ ਕਰਕੇ ਮਿਲਖਾ ਦੇ ਹੱਥੋਂ ਖੁੱਸਿਆ ਮੈਡਲ। ਇਹ ਸ਼ਾਇਦ ਮਿਲਖਾ ਸਿੰਘ ਦੇ ਟਰੈਕ ਐਂਡ ਫੀਲਡ ਦੇ ਕੈਰੀਅਰ ਦੀ ਸਭ ਤੋਂ ਵੱਡੀ ਭੁੱਲ ਸੀ। ਪਿੱਛੇ ਮੁੜ ਕੇ ਵੇਖਣ ਦੇ ਕਾਰਨ ਉਹਨਾਂ ਦੀ ਰਫ਼ਤਾਰ ਅਤੇ ਲੈਅ ਟੁੱਟ ਗਈ। ਉਹਨਾਂ ਨੇ ਇਸ ਮੌਕੇ ਦਾ ਵਿਸ਼ਵ ਰਿਕਾਰਡ ਤੋੜਦੇ ਹੋਏ 45.6 ਸੈਕਿੰਡ ਦਾ ਸਮਾਂ ਤਾਂ ਕੱਢਿਆ, ਲੇਕਿਨ 1 ਸੈਕਿੰਡ ਦੇ 10ਵੇਂ ਹਿੱਸੇ ਤੋਂ ਪਛੜ ਕੇ ਉਹ ਚੌਥੇ ਸਥਾਨ ਤੇ ਰਹੇ। ਡੇਵਿਸ ਨੇ 44.9 ਸੈਕਿੰਡ ਦੇ ਨਾਲ ਨਵਾਂ ਵਿਸ਼ਵ ਰਿਕਾਰਡ ਬਣਾਇਆ ਤੇ ਸੋਨੇ ਦਾ ਤਮਗਾ ਹਾਸਲ ਕਰ ਲਿਆ, ਜਦਕਿ ਤੀਜੇ ਸਥਾਨ ਤੇ ਰਹਿ ਕੇ ਦੱਖਣੀ ਅਫਰੀਕਾ ਦੇ ਮੈਲਕਮ ਸਪੈਂਸ ਨੇ ਬ੍ਰੌਂਜ਼ ਮੈਡਲ ਜਿੱਤਿਆ। ਖਾਸ ਗੱਲ ਇਹ ਹੈ ਕਿ 400 ਮੀਟਰ ਦੀ ਇਸ ਰੇਸ ਦੇ ਵਿੱਚ ਮਿਲਖਾ ਉਸੇ ਐਥਲੀਟ ਤੋਂ ਹਾਰੇ ਸੀ ਜਿਸ ਨੂੰ ਉਹਨਾਂ ਨੇ 1958 ਕਾਮਨਵੈਲਥ ਗੇਮਾਂ ਦੇ ਵਿੱਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ। ਇਸ ਰੇਸ ਦੇ ਵਿੱਚ ਫਲਾਈਂਗ ਸਿੱਖ ਚਾਹੇ ਤਮਗੇ ਤੋਂ ਖੁੰਝ ਗਏ, ਲੇਕਿਨ ਉਹਨਾਂ ਦਾ 45.73 ਸੈਕਿੰਡ ਦਾ ਰਿਕਾਰਡ ਅਗਲੇ 40 ਸਾਲ ਤੱਕ ਨੈਸ਼ਨਲ ਰਿਕਾਰਡ ਰਿਹਾ। ਮਿਲਖਾ ਖੁਦ ਇਸ ਨੂੰ ਸਭ ਤੋਂ ਖਰਾਬ ਯਾਦਗਾਰ ਮੰਨਦੇ ਰਹੇ ਨੇ। ਉਹਨਾਂ ਕਿਹਾ ਸੀ ਕਿ ਉਹਨਾਂ ਦੀ ਅੰਤਿਮ ਇੱਛਾ ਕਿਸੇ ਭਾਰਤੀ ਐਥਲੀਟ ਨੂੰ ਮੈਡਲ ਪਹਿਨਦੇ ਹੋਏ ਵੇਖਣਾ ਹੈ। 1962 ਚ ਖੁਸ਼ੀ ਤੇ ਫਿਰ ਕਿਉਂ 1964 ਚ? 1960 ਓਲੰਪਿਕ ਤੋਂ ਬਾਅਦ ਮਿਲਖਾ ਸਿੰਘ ਨੇ ਜਕਾਰਤਾ ਦੇ ਵਿੱਚ 1962 ਦੀਆਂ ਏਸ਼ੀਆਈ ਖੇਡਾਂ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ, ਲੇਕਿਨ ਹੁਣ ਉਹ ਸਮਝ ਗਏ ਕਿ ਉਹਨਾਂ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਉਹ ਨਹੀਂ ਕਰ ਪਾਉਣਗੇ ਤੇ ਇਹੀ ਹੋਇਆ। 1964 ਦੀਆਂ ਟੋਕੀਓ ਓਲੰਪਿਕ ਦੇ ਵਿੱਚ ਮਿਲਖਾ ਸਿੰਘ ਨੂੰ 3 ਕੈਟਾਗਰੀ ਦੇ ਵਿੱਚ ਉਤਰਨ ਦੀ ਇਜਾਜ਼ਤ ਦਿੱਤੀ ਗਈ, ਲੇਕਿਨ ਉਹਨਾਂ ਨੇ ਕੇਵਲ 400 ਗੁਣਾ 400 ਮੀਟਰ ਰਿਲੇ ਰੇਸ ਨੂੰ ਹੀ ਚੁਣਿਆ ਅਤੇ ਇਸ ਕੈਟਾਗਰੀ ਦੇ ਵਿੱਚ ਭਾਰਤੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ। ਮਿਲਖਾ ਦੀ ਰੀਝ ਰਹਿ ਗਈ ਅਧੂਰੀ।
ਮਿਲਖਾ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ। ਉਹਨਾਂ ਨੇ ਉਹ ਹਰ ਚੀਜ਼ ਹਾਸਲ ਕੀਤੀ ਜਿਸ ਨੂੰ ਉਹਨਾਂ ਨੇ ਚਾਹਿਆ, ਲੇਕਿਨ ਉਹਨਾਂ ਦੀ ਇੱਕ ਖੁਆਇਸ਼ ਅਧੂਰੀ ਰਹਿ ਗਈ ਅਤੇ ਇਸ ਗੱਲ ਦਾ ਉਹਨਾਂ ਨੂੰ ਹਮੇਸ਼ਾ ਮਲਾਲ ਰਿਹਾ। ਆਪਣੀ ਇਸ ਖੁਆਇਸ਼ ਨੂੰ ਜਿਉਂਦੇ ਜੀ ਵੇਖਣ ਦੀ ਉਹਨਾਂ ਦੀ ਤਮੰਨਾ ਕਦੇ ਪੂਰੀ ਨਾ ਹੋ ਸਕੀ। ਉਹ ਚਾਹੁੰਦੇ ਸੀ ਕਿ 125 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚੋਂ ਕੋਈ ਦੂਸਰਾ ਮਿਲਖਾ ਸਿੰਘ ਆਉਣਾ ਚਾਹੀਦਾ ਸੀ। ਤਕਰੀਬਨ 4 ਸਾਲ ਪਹਿਲਾਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਵਿੱਚ ਇੱਕ ਸਮਾਗਮ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਦਿਲ ਦੇ ਵਿੱਚ ਬਸ ਇੱਕੋ ਖੁਆਇਸ਼ ਹੈ, ਕੋਈ ਦੇਸ਼ ਦੇ ਲਈ ਸੋਨੇ ਦਾ ਤਮਗਾ ਐਥਲੈਟਿਕਸ ਦੇ ਵਿੱਚ ਲੈ ਕੇ ਆਵੇ ਤੇ 올림픽 ਦੇ ਵਿੱਚ ਤਿਰੰਗਾ ਲਹਿਰਾ ਦੇਵੇ। ਇਸ ਗੱਲੋਂ ਰਹਿ ਗਈ ਦਿਲ ਵਿੱਚ ਟੀਸ। ਮਿਲਖਾ ਸਿੰਘ ਨੂੰ 1959 ਦੇ ਵਿੱਚ ਹੀ ਮੁਲਕ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਸ਼੍ਰੀ ਦਿੱਤਾ ਗਿਆ ਸੀ, ਲੇਕਿਨ ਅਰਜੁਨ ਅਵਾਰਡ ਦੇ ਲਾਇਕ ਉਹਨਾਂ ਨੂੰ 2001 ਦੇ ਵਿੱਚ ਸਮਝਿਆ ਗਿਆ। ਉਹਨਾਂ ਦਾ ਕਹਿਣਾ ਸੀ ਕਿ ਇਹ ਅਵਾਰਡ ਉਹਨਾਂ ਨੂੰ ਬਹੁਤ ਦੇਰੀ ਨਾਲ ਦਿੱਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਇਹ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ MSc ਸਰਟੀਫਿਕੇਟ ਦੀ ਪੇਸ਼ਕਸ਼ ਕਰਨ ਵਰਗਾ ਸੀ। ਉਹਨਾਂ ਇੱਕ ਵਾਰ ਕਿਹਾ ਸੀ ਕਿ ਉਹਨਾਂ ਉੱਤੇ ਬਣੀ ਫਿਲਮ ਭਾਗ ਮਿਲਖਾ ਭਾਗ ਦੇ ਪ੍ਰੀਮੀਅਰ ਮੌਕੇ ਲੰਡਨ ਦੇ ਵਿੱਚ ਪ੍ਰੀਮੀਅਰ ਤੋਂ ਬਾਅਦ ਉਹਨਾਂ ਨੂੰ ਹਾਊਸ ਆਫ ਲਾਰਡਸ ਦੇ ਵਿੱਚ ਸੱਦਾ ਦਿੱਤਾ ਗਿਆ ਸੀ, ਤਾਂ ਕਿ ਸਾਡੀ ਸਰਕਾਰ ਨੂੰ ਨਹੀਂ ਪਤਾ ਕਿ ਮਿਲਖਾ ਸਿੰਘ ਕੌਣ ਹੈ। ਜਦੋਂ ਉਹਨਾਂ ਤੋਂ ਉਹਨਾਂ ਦੀ ਸ਼ਿਰਕਤ ਵਾਲੀਆਂ 80 ਦੌੜਾਂ ਦੇ ਵਿੱਚੋਂ 77 ਵਿੱਚ ਮਿਲੇ ਕੌਮਾਂਤਰੀ ਤਮਗਿਆਂ ਬਾਰੇ ਪੁੱਛਿਆ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਕਿ ਇਹ ਸਭ ਕੁਝ ਦਿਖਾਉਣ ਦੀਆਂ ਚੀਜ਼ਾਂ ਨਹੀਂ। ਮੈਂ ਜਿਨ੍ਹਾਂ ਤਜਰਬਿਆਂ ਦੇ ਵਿੱਚੋਂ ਗੁਜ਼ਰਿਆ ਹਾਂ ਉਹਨਾਂ ਨੂੰ ਵੇਖਦੇ ਹੋਏ ਮੈਨੂੰ ਹੁਣ ਭਾਰਤ ਰਤਨ ਵੀ ਦੇ ਦੇਣ ਤਾਂ ਮੇਰੇ ਲਈ ਉਸ ਦਾ ਕੋਈ ਮਹੱਤਵ ਨਹੀਂ ਹੈ। ਬਿਊਰੋ ਰਿਪੋਰਟ, ਜਗਬਾਣੀ ਟੀਵੀ। ਤੇ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ 0.1 ਸੈਕਿੰਡ ਦੇ ਵਿੱਚ ਫੈਸਲਾ ਹੋ ਗਿਆ ਹਾਰ ਤੇ ਜਿੱਤ ਦਾ। ਤੇ ਸ਼ਾਇਦ ਬਚਪਨ ਤੋਂ ਹੀ ਕਿਤਾਬਾਂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ, ਕਿਥੇ ਲੇਖਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਵਕਤ ਦੀ ਕੀਮਤ ਕਰੋ। ਵਕਤ ਕਿੰਨਾ ਕੀ ਕੀਮਤੀ ਹੈ, ਕਿੰਨਾ ਕੀ ਬਲਵਾਨ ਆ, ਉਹ ਸ਼ਾਇਦ ਮਿਲਖਾ ਸਿੰਘ ਨੂੰ ਵੀ ਉਸ ਵੇਲੇ ਪਤਾ ਲੱਗ ਗਿਆ ਸੀ ਜਦੋਂ ਉਹਨਾਂ ਨੂੰ ਰੋਮ 올림픽 ਦੇ ਵਿੱਚ ਹਾਰ ਮਿਲੀ ਸੀ। ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।